ਸਤਿ ਸ੍ਰੀ ਅਕਾਲ। ਸਾਹਿਤਕ ਸੱਤ ਚੈਨਲ 'ਤੇ ਆਪ ਜੀ ਦਾ ਸਵਾਗਤ। ਮੈਂ ਹਾਂ ਹਰਮੀਤ ਕੌਰ। ਅੱਜ ਦੀ ਕਲਾਸ ਵਿੱਚ ਅਸੀਂ ਧਨੀ ਰਾਮ ਚਾਤ੍ਰਿਕ ਦੁਆਰਾ ਰਚਿਤ ਕਵਿਤਾ ਜਵਾਨ ਭਾਰਤੀ ਨੂੰ ਦੀ ਪ੍ਰਸੰਗ ਸਹਿਤ ਵਿਆਖਿਆ ਕਰਾਂਗੇ। ਧਨੀ ਰਾਮ ਚਾਤ੍ਰਿਕ ਪੰਜਾਬੀ ਸਾਹਿਤ ਦੇ ਇੱਕ ਹਰਮਨ ਪਿਆਰੇ ਸ਼ਾਇਰ ਹਨ, ਕਵੀ ਹਨ, ਜਿਨ੍ਹਾਂ ਨੇ ਦੇਸ਼ ਦੇ ਜਵਾਨ ਨੂੰ, ਯੁਵਾ ਨੂੰ, ਨੌਜਵਾਨੀ ਨੂੰ ਸਿੱਧਾ ਸੰਬੋਧਿਤ ਹੁੰਦੇ ਹੋਏ ਕਿਹਾ ਹੈ ਕਿ ਜਵਾਨਾ ਹਿੰਮਤ ਜਰਾ ਵਿਖਾ, ਕਿ ਹੇ ਦੇਸ਼ ਦੇ ਯੁਵਾ ਵਰਗ, ਅੱਜ ਲੋੜ ਹੈ ਤੈਨੂੰ ਹਿੰਮਤ ਤੋਂ, ਹੌਸਲੇ ਤੋਂ ਕੰਮ ਲੈਣ ਦੀ, ਕਿਉਂਕਿ ਨੀਂਦੋਂ ਜਾਗ ਪਿਆ ਜੱਗ ਸਾਰਾ। ਸਾਰੀ ਦੁਨੀਆ ਜੋ ਹੈ, ਸਾਰੀ ਲੋਕਾਈ, ਸਮੁੱਚਾ ਵਿਸ਼ਵ ਜੋ ਹੈ ਨੀਂਦ ਤੋਂ ਜਾਗ ਪਿਆ ਹੈ। ਭਾਵ ਅਗਿਆਨਤਾ ਰੂਪੀ ਹਨੇਰੇ ਦੇ ਵਿੱਚੋਂ, ਅਗਿਆਨਤਾ ਦੀ ਨੀਂਦ ਦੇ ਵਿੱਚੋਂ ਬਾਹਰ ਆ ਗਿਆ ਹੈ, ਅਵੈਸਲੇਪਨ ਦੇ ਵਿੱਚੋਂ ਬਾਹਰ ਆ ਗਿਆ ਹੈ, ਗਿਆ ਜਹਾਲਤ ਦਾ ਅੰਧਿਆਰਾ। ਕਿਉਂਕਿ ਵਿਸ਼ਵ ਦੇ ਉੱਤੇ ਜੋ ਵਿਸ਼ਵ ਪੱਧਰ 'ਤੇ ਅਨਪੜ੍ਹਤਾ ਸੀ, ਗਰੀਬੀ ਸੀ, ਜੋ ਅੰਧ ਵਿਸ਼ਵਾਸ ਰੂਪੀ ਅਗਿਆਨਤਾ ਦਾ ਹਨੇਰਾ ਸੀ, ਉਹ ਦੂਰ ਹੋ ਚੁੱਕਿਆ ਹੈ, ਛੱਡ ਚੁੱਕਿਆ ਹੈ। ਪਰ ਹਿੰਦੁਸਤਾਨ ਦੀ ਧਰਤੀ ਦੇ ਵਿੱਚ ਜੋ ਹੈ ਗਰੀਬੀ, ਅਨਪੜ੍ਹਤਾ, ਬੇਰੁਜ਼ਗਾਰੀ ਦਾ ਜੋ ਅੱਜ ਵੀ ਬੋਲਬਾਲਾ ਹੈ, ਇਸ ਲਈ ਕਵੀ ਦੇਸ਼ ਦੇ ਯੁਵਾ ਨੂੰ, ਜਵਾਨੀ ਨੂੰ ਸੰਬੋਧਿਤ ਹੁੰਦੇ ਹੋਏ ਕਹਿ ਰਿਹਾ ਹੈ ਕਿ ਤੂੰ ਬਣ ਕੇ ਪ੍ਰਭਾਤੀ ਤਾਰਾ। ਪ੍ਰਭਾਤੀ ਤਾਰੇ ਤੋਂ ਭਾਵ ਹੈ ਜੋ ਦਿਨ ਦੇ ਚੜ੍ਹਾਅ ਦੇ ਨਾਲ ਸਵੇਰੇ ਤਾਰਾ ਨਿਕਲਦਾ ਹੈ, ਜੋ ਦਿਨ ਦੀ ਰੋਸ਼ਨੀ ਦਾ ਪ੍ਰਤੀਕ ਹੈ, ਦਿਨ ਦੇ ਚੜ੍ਹਨ ਦਾ ਸੰਕੇਤ ਹੈ। ਇਸ ਲਈ ਕਵੀ ਯੁਵਾ ਵਰਗ ਨੂੰ ਕਹਿ ਰਿਹਾ ਹੈ ਕਿ ਹੇ ਯੁਵਾ ਵਰਗ, ਤੂੰ ਹਿੰਦੁਸਤਾਨ ਦੀ ਧਰਤੀ ਦੇ ਲੋਕਾਂ ਦੇ ਲਈ ਪ੍ਰਭਾਤੀ ਤਾਰਾ ਬਣ ਕੇ, ਇੱਕ ਗਿਆਨ ਦਾ ਸੂਚਕ ਬਣ ਕੇ ਉੱਭਰ, ਸੂਰਜ ਨਵਾਂ ਚੜ੍ਹਾ, ਕਿਉਂਕਿ ਤੇਰੇ ਗਿਆਨ ਹਾਸਲ ਕਰਨ ਦੇ ਨਾਲ, ਤੇਰੇ ਸੁਚੇਤ ਹੋਣ ਦੇ ਨਾਲ ਜੋ ਹੈ ਸਾਰੀ ਹਿੰਦੁਸਤਾਨੀ ਜਨਤਾ ਜਿਹੜੀ ਹੈ ਉਹ ਸੁਚੇਤ ਹੋਵੇਗੀ। ਇਸ ਲਈ ਤੂੰ ਗਿਆਨ ਦਾ ਸੂਰਜ ਧਰਤੀ 'ਤੇ ਚੜ੍ਹਾ। ਇਸ ਦੇ ਲਈ ਤੈਨੂੰ ਹਿੰਮਤ ਵਿਖਾਉਣ ਦੀ ਲੋੜ ਹੈ, ਕਿਉਂਕਿ ਜਵਾਨੀ ਦੇ ਵਿੱਚ ਜੋਸ਼ ਹੈ, ਜੋਸ਼ ਦੇ ਨਾਲ ਨਾਲ ਹੋਸ਼ ਵੀ ਸਲਾਮਤ ਰਹੇ ਤਾਂ ਕਿਸੇ ਵੀ ਦੇਸ਼ ਦਾ ਯੁਵਾ ਵਰਗ ਜੋ ਹੈ, ਨੌਜਵਾਨ ਵਰਗ ਜੋ ਹੈ, ਦੇਸ਼ ਵਾਸੀਆਂ ਨੂੰ ਸਿੱਧੇ ਰਾਹੇ ਚੱਲਣ ਦੀ ਪ੍ਰੇਰਣਾ ਦੇ ਸਕਦਾ ਹੈ। ਪਚਲ ਗਿਆ ਮਜ਼ਹਬ ਦਾ ਤਾਣਾ। ਕਵੀ ਕਹਿ ਰਿਹਾ ਹੈ ਕਿ ਪਚਲ ਗਿਆ ਭਾਵ ਉਲਝ ਗਿਆ ਹੈ ਮਜ਼ਹਬ, ਧਰਮ ਦਾ ਜੋ ਤਾਣਾ ਬਾਣਾ ਹੈ ਧਰਤੀ ਦੇ ਉੱਤੇ, ਉਹ ਬਹੁਤ ਬੁਰੀ ਤਰ੍ਹਾਂ ਉਲਝ ਗਿਆ ਹੈ। ਭਾਵ ਧਰਤੀ ਵਾਸੀ ਜਿਹੜੇ ਹਨ, ਧਰਮਾਂ ਦੇ ਆਧਾਰ 'ਤੇ ਇੱਕ ਦੂਜੇ ਦੇ ਦੁਸ਼ਮਣ ਬਣੇ ਬੈਠੇ ਹਨ, ਇੱਕ ਦੂਜੇ ਦੇ ਖੂਨ ਦੇ ਪਿਆਸੇ ਹਨ। ਵੈਰ ਵਿਰੋਧ ਜੋ ਹੈ ਨਿਰੰਤਰ ਵੱਧਦਾ ਜਾ ਰਿਹਾ ਹੈ। ਇਸ ਲਈ ਹੇ ਯੁਵਾ ਵਰਗ, ਪਚਲ ਗਿਆ ਮਜ਼ਹਬ ਦਾ ਤਾਣਾ। ਹਿੰਦੁਸਤਾਨ ਦੀ ਧਰਤੀ ਉੱਤੇ ਧਰਮਾਂ ਦੇ ਆਧਾਰ 'ਤੇ ਲੋਕ ਜਿਹੜੇ ਹਨ ਬਹੁਤ ਹੀ ਵੰਡੇ ਜਾ ਰਹੇ ਹਨ। ਗਲ ਪੈ ਗਿਆ ਇਤਿਹਾਸ ਪੁਰਾਣਾ। ਜੇਕਰ ਵਕਤ 'ਤੇ ਸੁਚੇਤ ਨਾ ਹੋਇਆ ਗਿਆ ਤਾਂ ਹਿੰਦੁਸਤਾਨੀਆਂ ਦੇ ਗਲ ਦੇ ਵਿੱਚ ਉਹੀ ਪੁਰਾਣਾ ਇਤਿਹਾਸ ਜੋ ਹੈ, ਮਾਰ ਕਾਟ ਵਾਲਾ, ਧਰਮ ਦੇ ਆਧਾਰ 'ਤੇ ਇੱਕ ਦੂਜੇ ਦੇ ਨਾਲ ਈਰਖਾ ਕਰਨ ਵਾਲਾ, ਇੱਕ ਦੂਜੇ ਨੂੰ ਦਬਾਉਣ ਵਾਲਾ, ਔਰ ਜੋ ਭਾਰੂ ਧਿਰ ਹੈ ਜਾਂ ਜ਼ੋਰਾਵਰ ਹੈ, ਉਸ ਦੁਆਰਾ ਦੂਜੀਆਂ ਧਿਰਾਂ ਨੂੰ ਆਪਣੇ ਧਰਮ ਦੇ ਵਿੱਚ ਜ਼ਬਰਦਸਤੀ ਸ਼ਾਮਿਲ ਕਰਨ ਵਾਲਾ ਜੋ ਇਤਿਹਾਸ ਹੈ, ਉਹ ਕਿਤੇ ਦੁਬਾਰਾ ਨਾ ਦੁਹਰਾਇਆ ਜਾਵੇ। ਭੋਲੇ ਪਾਂਧੀ ਤੇ ਰਾਹ ਵਿਖੜਾ। ਕਿਉਂਕਿ ਹਿੰਦੁਸਤਾਨੀ ਜਨਤਾ ਜਿਹੜੀ ਹੈ ਉਹ ਬਹੁਤ ਭੋਲੀ ਭਾਲੀ ਹੈ, ਕਿਉਂਕਿ ਇਹਨਾਂ ਨੂੰ ਧਾਰਮਿਕ ਠੇਕੇਦਾਰ, ਰਾਜਨੀਤਿਕ ਠੇਕੇਦਾਰ ਜੋ ਹਨ, ਆਪਣੇ ਨਿੱਜੀ ਸਵਾਰਥਾਂ ਦੇ ਲਈ ਭੜਕਾ ਕੇ ਬਿਖੜੇ ਰਾਹ 'ਤੇ, ਜੋ ਅਣਜਾਣੇ ਰਾਹ ਨੇ, ਜੋ ਮੁਸ਼ਕਲਾਂ ਭਰੇ ਰਾਹ ਨੇ, ਉਹਨਾਂ 'ਤੇ ਤੋੜ ਦਿੰਦੇ ਹਨ। ਕਿਉਂਕਿ ਭੋਲੀ ਭਾਲੀ ਜਨਤਾ ਜਿਹੜੀ ਹੈ ਹਿੰਦੁਸਤਾਨ ਦੀ, ਭਾਰਤੀ ਜਨਤਾ, ਇਹ ਜੋ ਦੋਖੀ ਹਨ ਉਹਨਾਂ ਦੀਆਂ ਚਾਲਾਂ ਨੂੰ ਸਮਝਣ ਤੋਂ ਅਸਮਰਥ ਹੈ। ਇਸ ਲਈ ਇਹਨਾਂ ਭੋਲੇ ਭਾਲੇ ਲੋਕਾਂ ਦੇ ਰਾਹ ਦੇ ਵਿੱਚ ਜੋ ਪੱਥਰ ਪਰੇ ਹਟਾ, ਭਾਵ ਜੋ ਮੁਸ਼ਕਲਾਂ ਜਾਂ ਰੁਕਾਵਟਾਂ ਦੇ ਪੱਥਰ ਹਨ, ਉਹਨਾਂ ਨੂੰ ਪਰੇ ਹਟਾ ਕੇ ਇਹਨਾਂ ਦਾ ਰਸਤਾ ਜਿਹੜਾ ਹੈ ਉਸ ਨੂੰ ਪੱਧਰ ਕਰਦੇ, ਸੁਖਾਲਾ ਕਰਦੇ। ਇਸ ਕਾਰਜ ਨੂੰ ਸਿਰੇ ਚਾੜ੍ਹਨ ਦੇ ਲਈ ਦੇਸ਼ ਦੀ ਨੌਜਵਾਨੀ ਨੂੰ ਅੱਗੇ ਆਉਣਾ ਪਵੇਗਾ। ਇਸ ਲਈ ਕਵੀ ਕਹਿ ਰਿਹਾ ਹੈ ਕਿ ਹੇ ਭਾਰਤੀ ਨੌਜਵਾਨ, ਤੂੰ ਹਿੰਮਤ ਵਿਖਾ, ਤੇਰੇ ਵਿੱਚ ਹੋਸ਼ ਵੀ ਹੈ, ਹੋਸ਼ ਦੇ ਨਾਲ ਨਾਲ ਜੋਸ਼ ਵੀ ਹੈ, ਔਰ ਜੋਸ਼ ਦੇ ਨਾਲ ਨਾਲ ਤੂੰ ਆਪਣੀ ਹੋਸ਼ ਨੂੰ ਸਲਾਮਤ ਰੱਖ ਕੇ ਦੇਸ਼ ਵਾਸੀਆਂ ਨੂੰ ਸਿੱਧੇ ਰਸਤੇ 'ਤੇ ਚੱਲਣ ਦੀ ਪ੍ਰੇਰਣਾ ਦੇ। ਮਨੁੱਖਤਾ ਚੱਕਰ ਵਿੱਚ ਆਈ। ਕਵੀ ਕਹਿ ਰਿਹਾ ਹੈ ਕਿ ਮਨੁੱਖਤਾ ਭਾਵ ਅੱਜ ਜੋ ਹੈ, ਜੋ ਚੰਗਿਆਈ
ਭਰੇ ਲੋਕ ਹਨ, ਜੋ ਚੰਗਿਆਈਆਂ ਦੇ ਵਰਸਾਏ ਹੋਏ ਲੋਕ ਹਨ, ਮੁੱਠੀ ਭਰ ਉਹਨਾਂ ਦੀ ਗਿਣਤੀ ਰਹਿ ਗਈ ਹੈ, ਉਹ ਵੀ ਚੱਕਰਾਂ ਵਿੱਚ ਪੈ ਗਏ ਹਨ। ਕਿਉਂ ਚੱਕਰਾਂ ਵਿੱਚ ਪੈ ਗਏ ਹਨ? ਕਿਉਂਕਿ ਜੋ ਧਾਰਮਿਕ ਠੇਕੇਦਾਰ ਹਨ ਜਾਂ ਰਾਜਨੀਤਿਕ ਸ਼ਕਤੀਆਂ ਜੋ ਹਨ, ਉਹ ਆਪਣੇ ਸਵਾਰਥ ਦੇ ਲਈ ਲੋਕਾਂ ਨੂੰ ਗੁੰਮਰਾਹ ਕਰ ਰਹੀਆਂ ਹਨ। ਅਤੇ ਅੱਜ ਲੋਕ ਜੋ ਹਨ, ਇਸ ਗੱਲ ਦਾ ਉਹਨਾਂ ਨੂੰ ਅਹਿਸਾਸ ਨਹੀਂ ਹੋ ਪਾ ਰਿਹਾ ਕਿ ਕਿਹੜਾ ਰਾਹ ਸਹੀ ਹੈ ਅਤੇ ਕਿਹੜਾ ਗਲਤ ਹੈ, ਉਹਨਾਂ ਨੂੰ ਕਿਸ ਰਸਤੇ 'ਤੇ ਚੱਲਣਾ ਚਾਹੀਦਾ ਹੈ ਔਰ ਕਿਸ ਰਾਹ ਨੂੰ ਤਿਆਗਣਾ ਚਾਹੀਦਾ ਹੈ। ਇਸ ਲਈ ਲੋਕ ਜਿਹੜੇ ਹਨ ਚੱਕਰਾਂ ਦੇ ਵਿੱਚ ਪੈ ਗਏ ਹਨ, ਉਲਝ ਗਏ ਹਨ, ਉਹਨਾਂ ਨੂੰ ਕੁਝ ਸਮਝ ਨਹੀਂ ਆ ਰਿਹਾ। ਸਹਿਮੀ ਫਿਰਦੀ ਹੈ ਸੱਚਾਈ, ਅਤੇ ਜਿਹੜੀ ਸੱਚਾਈ ਹੈ ਉਹ ਸਹਿਮੀ ਹੋਈ ਹੈ, ਕਿਉਂਕਿ ਗੁੰਮਰਾਹ ਕਰਨ ਵਾਲੇ ਲੋਕ ਜਿਹੜੇ ਹਨ, ਉਹ ਗੁੰਮਰਾਹਕੁਨ ਸ਼ਕਤੀਆਂ ਇਸ ਢੰਗ ਨਾਲ ਲੋਕਾਂ ਨੂੰ ਗੁੰਮਰਾਹ ਕਰ ਰਹੀਆਂ ਹਨ ਕਿ ਉਹਨਾਂ ਦੇ ਦਿਲਾਂ ਦੇ ਵਿੱਚ, ਦਿਮਾਗਾਂ ਦੇ ਵਿੱਚ ਸੱਚ ਝੂਠ ਦਾ ਨਿਤਾਰਾ ਕਰਨ ਦੀ ਜਿਹੜੀ ਸੂਝ ਹੈ ਉਹ ਖਤਮ ਹੁੰਦੀ ਜਾ ਰਹੀ ਹੈ। ਅਤੇ ਜੋ ਮੁੱਠੀ ਭਰ ਲੋਕ ਹਨ, ਜਿਹੜੇ ਸਾਰੀ ਵਾਸਤਵਿਕਤਾ ਨੂੰ ਸਮਝਦੇ ਹਨ, ਉਹ ਵੀ ਸਹਿਮੇ ਹੋਏ ਹਨ, ਕਿਉਂਕਿ ਉਹਨਾਂ ਨੂੰ ਕੋਈ ਸੁਣਨ ਦੇ ਲਈ, ਸਮਝਣ ਦੇ ਲਈ, ਉਹਨਾਂ ਦੁਆਰਾ ਦਰਸਾਏ ਗਏ ਰਸਤੇ 'ਤੇ ਚੱਲਣ ਦੇ ਲਈ ਤਿਆਰ ਨਹੀਂ ਹੈ। ਕਲਮ ਜ਼ੁਬਾਨ ਦੋਹਾਂ 'ਤੇ ਜਿੰਦਰੇ। ਅੱਜ ਦੇਸ਼ ਦੀ, ਦੁਨੀਆ ਦੀ ਸਥਿਤੀ ਜਿਹੜੀ ਹੈ ਇੰਨੀ ਨਾ ਖੁਸ਼ਗਵਾਰ ਹੈ ਕਿ ਜਿਹੜੇ ਕਲਮਕਾਰ ਹਨ, ਜਿਹੜੇ ਲੇਖਕ ਹਨ, ਉਹਨਾਂ ਦੇ ਉੱਤੇ ਵੀ ਬੜੀਆਂ ਪਾਬੰਦੀਆਂ ਲਗਾਈਆਂ ਜਾ ਰਹੀਆਂ ਹਨ। ਅਤੇ ਜੋ ਦੇਸ਼ ਦਾ ਮੀਡੀਆ ਹੈ, ਜੋ ਦੇਸ਼ ਦਾ ਸਤੰਭ ਮੰਨਿਆ ਜਾਂਦਾ ਹੈ, ਉਹਨਾਂ ਦੇ ਵੀ ਸੱਚ ਕਹਿਣ ਦੇ ਉੱਤੇ ਬੜੀਆਂ ਪਾਬੰਦੀਆਂ ਹਨ। ਦੋਹਾਂ 'ਤੇ, ਕਲਮ ਅਤੇ ਜ਼ੁਬਾਨ, ਜੋ ਲੇਖਕ ਵਰਗ ਹੈ, ਜੋ ਸਾਡੀ ਪ੍ਰੈਸ ਹੈ, ਇਹ ਦੋਵੇਂ ਹੀ ਦੇਸ਼ ਨੂੰ ਜੋ ਹੈ ਜਾਗਰੂਕ ਕਰ ਸਕਦੇ ਹਨ, ਚੰਗੇ ਮਾੜੇ ਵਾਲੇ ਗਿਆਨ ਦੇ ਸਕਦੇ ਹਨ। ਪਰ ਇਹਨਾਂ ਦੋਹਾਂ 'ਤੇ ਇੰਨੀਆਂ ਪਾਬੰਦੀਆਂ ਹਨ ਕਿ ਦੋਹਾਂ ਨੂੰ ਦੇ ਮੂੰਹ ਨੂੰ, ਦੋਹਾਂ ਦੀ ਕਲਮ ਨੂੰ ਜੰਦਰੇ ਲਾ ਦਿੱਤੇ ਗਏ ਹਨ। ਭਾਵ ਉਹ ਸੱਚ ਕਹਿਣ 'ਤੇ ਉਹਨਾਂ ਨੂੰ ਬਹੁਤ ਭਾਰੀ ਸਜ਼ਾਵਾਂ ਦਿੱਤੀਆਂ ਜਾ ਰਹੀਆਂ ਹਨ, ਜਾਂ ਕਹਿ ਸਕਦੇ ਹਨ ਕਿ ਸੱਚ ਕਹਿਣ ਤੋਂ ਉਹਨਾਂ ਨੂੰ ਵਰਜਿਆ ਜਾ ਰਿਹਾ ਹੈ। ਪਿੰਜਰੇ ਪਿਆ ਖੁਦਾ। ਅਤੇ ਜੋ ਮੁੱਠੀ ਭਰ ਲੋਕ ਹਨ, ਜਿਹੜੇ ਧਾਰਮਿਕ ਅਸਥਾਨਾਂ 'ਤੇ ਕਾਬਜ਼ ਹੋ ਗਏ ਹਨ ਆਪਣੇ ਨਿੱਜੀ ਸਵਾਰਥਾਂ ਦੇ ਲਈ, ਉਹਨਾਂ ਨੇ ਤਾਂ ਰੱਬ ਨੂੰ ਵੀ ਪਿੰਜਰੇ ਦੇ ਵਿੱਚ ਪਾ ਲਿਆ ਹੈ, ਆਪਣਾ ਗੁਲਾਮ ਬਣਾ ਲਿਆ ਹੈ। ਇਸ ਲਈ ਅਜਿਹੀ ਨਾ ਖੁਸ਼ਗਵਾਰ ਸਥਿਤੀ ਦੇ ਵਿੱਚ ਕਵੀ ਕਹਿ ਰਿਹਾ ਹੈ ਕਿ ਹੇ ਹਿੰਦੁਸਤਾਨ ਦੇ, ਹੇ ਦੇਸ਼ ਦੁਨੀਆ ਦੇ ਜਵਾਨੀ ਯੁਵਾ ਵਰਗ, ਤੁਹਾਨੂੰ ਹਿੰਮਤ ਵਿਖਾਉਣ ਦੀ ਲੋੜ ਹੈ। ਜੋਸ਼ ਅਤੇ ਹੋਸ਼ ਸਲਾਮਤ ਰੱਖਦਿਆਂ ਹੋਇਆਂ ਦੇਸ਼ ਦੁਨੀਆ ਨੂੰ ਸਿੱਧੇ ਰਸਤੇ 'ਤੇ ਚੱਲਣ ਦੀ ਪ੍ਰੇਰਨਾ ਦੇਣ ਦੀ ਲੋੜ ਹੈ। ਬਾਹਰ ਨਿਕਲਿਆ ਲਾ ਕੇ ਸੰਗਾਂ। ਇਸ ਲਈ ਕਵੀ ਕਹਿ ਰਿਹਾ ਹੈ ਕਿ ਹੇ ਨੌਜਵਾਨ ਵਰਗ, ਤੂੰ ਹਰ ਤਰ੍ਹਾਂ ਦੇ ਸੰਕੋਚ ਨੂੰ ਤਿਆਗ ਕੇ ਬਾਹਰ ਨਿਕਲਿਆ, ਭਾਵ ਮੈਦਾਨ ਦੇ ਵਿੱਚ ਆ ਜਾ, ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਇੱਕ ਤਰ੍ਹਾਂ ਦੇ ਨਾਲ ਪੂਰਾ ਸੁਚੇਤ ਹੋ ਜਾ ਔਰ ਆਪਣੇ ਇਸ ਫੈਸਲੇ 'ਤੇ ਅੜਿਗ ਦ੍ਰਿੜ ਸੰਕਲਪੀ ਹੋ ਜਾ। ਪਾਖੰਡਾਂ ਨੂੰ ਕਰ ਸੁੱਟ ਨੰਗਾ। ਅਤੇ ਜਿਹੜੇ ਪਾਖੰਡੀ ਲੋਕ ਨੇ, ਜਿਹੜੇ ਦੇਸ਼ ਦੁਨੀਆ ਦੇ ਵਿੱਚ, ਸਮਾਜ ਦੇ ਵਿੱਚ, ਲੋਕਾਂ ਦੇ ਵਿੱਚ ਧਰਮ ਦੇ ਆਧਾਰ 'ਤੇ, ਜਾਤ ਦੇ ਆਧਾਰ 'ਤੇ ਜਾਂ ਫਿਕਰੇ ਦੇ ਆਧਾਰ 'ਤੇ ਜੋ ਕਈ ਤਰ੍ਹਾਂ ਦੇ ਵਹਿਮ ਭਰਮ ਫੈਲਾ ਰਹੇ ਨੇ, ਜੋ ਪਾਖੰਡੀ ਲੋਕ ਨੇ, ਉਹਨਾਂ ਦੇ ਪਾਖੰਡਾਂ ਨੂੰ ਤੂੰ ਨੰਗਾ ਕਰ ਸੁੱਟ, ਕਿਉਂਕਿ ਲੋਕਾਂ ਨੂੰ ਇਹਨਾਂ ਦੀ ਵਾਸਤਵਿਕਤਾ ਜਿਹੜੀ ਹੈ, ਸੱਚਾਈ, ਉਸ ਤੋਂ ਜਾਣੂ ਕਰਵਾ। ਭੰਗਵਾਂ ਨੀਲਾ ਮਹਿੰਦੀ ਰੰਗਾ, ਬੁਰਕਾ ਇਹ ਉਲਟਾ। ਕਿਉਂਕਿ ਇਹ ਵੱਖ-ਵੱਖ ਧਰਮਾਂ ਦੇ ਲੋਕ ਹਨ। ਕਿਸੇ ਨੇ ਭੰਗਵਾਂ ਨੀਲਾ ਮਹਿੰਦੀ ਰੰਗਾ ਚੋਲਾ ਧਾਰਨ ਕੀਤਾ ਹੋਇਆ ਹੈ, ਭਾਵ ਇਹਨਾਂ ਦੇ ਬਾਹਰੀ ਰੂਪ ਜਿਹੜੇ ਹਨ ਕੁਝ ਹੋਰ ਹਨ ਅਤੇ ਵਾਸਤਵਿਕਤਾ ਕੁਝ ਹੋਰ ਹੈ। ਇਹਨਾਂ ਦੇ ਵਾਸਤਵਿਕ ਚਿਹਰੇ ਜਿਹੜੇ ਹਨ, ਉਹ ਇਹਨਾਂ ਨੇ ਧਰਮਾਂ ਦੇ ਜੋ ਵੇਸ਼ ਭੂਸ਼ਾ ਧਾਰਨ ਕਰਕੇ ਇੱਕ ਤਰ੍ਹਾਂ ਦੇ ਨਾਲ ਬੁਰਕੇ ਦੇ ਰੂਪ ਦੇ ਵਿੱਚ ਉਸ ਨੂੰ ਆਪਣੇ ਚਿਹਰੇ ਦੇ ਉੱਪਰ ਢੱਕਿਆ ਹੋਇਆ ਹੈ, ਭਾਵ ਆਪਣੇ ਚਿਹਰੇ ਢਕੇ ਹੋਏ ਹਨ। ਭਾਵ ਇਹਨਾਂ ਦੀ ਕਹਿਣੀ ਅਤੇ ਕਰਨੀ ਦੇ ਵਿੱਚ, ਕਥਨੀ ਅਤੇ ਕਰਨੀ ਦੇ ਵਿੱਚ ਇੰਨਾ ਅੰਤਰ ਹੋ ਗਿਆ ਹੈ ਕਿ ਲੋਕਾਂ ਨੂੰ ਇਹ ਅਸਲ ਦੇ ਵਿੱਚ ਧਾਰਮਿਕ ਵਿਅਕਤੀ ਨਜ਼ਰ ਆਉਂਦੇ ਹਨ, ਪਰ ਵਾਸਤਵ ਦੇ ਵਿੱਚ ਇੱਕ ਧਾਰਮਿਕ ਵਿਅਕਤੀ ਨਹੀਂ ਹਨ, ਬਲਕਿ ਇਹਨਾਂ ਨੇ ਧਾਰਮਿਕ ਹੋਣ ਦੇ ਚੋਗੇ ਧਾਰਨ ਕੀਤੇ ਹੋਏ ਹਨ, ਚੋਲੇ ਧਾਰਨ ਕੀਤੇ ਹੋਏ ਹਨ। ਇਹਨਾਂ ਦੇ ਦਿਲਾਂ ਦੇ ਵਿੱਚ ਕਪਟ ਹੈ, ਕਹਿੰਦੇ ਕੁਝ ਹੋਰ ਹਨ, ਕਰਦੇ ਕੁਝ ਹੋਰ ਹਨ। ਲੋਕਾਂ ਨੂੰ ਧਰਮ ਦੇ ਆਧਾਰ 'ਤੇ ਆਪਸ ਦੇ ਵਿੱਚ ਲੜਾ ਕੇ ਆਪਣੇ ਜੋ ਨਿੱਜੀ ਹਿੱਤ ਜਿਹੜੇ ਹਨ ਉਹਨਾਂ ਨੂੰ ਸਾਧ ਰਹੇ ਹਨ। ਇਸ ਲਈ ਇਹਨਾਂ ਸਾਰਿਆਂ ਪਾਖੰਡੀ ਲੋਕਾਂ ਦੀ ਜੋ ਵਾਸਤਵਿਕਤਾ ਹੈ, ਇਸ ਤੋਂ ਦੁਨੀਆ ਨੂੰ ਜਾਣੂ ਕਰਵਾਉਣ ਦਾ ਕੰਮ ਕੌਣ ਕਰ ਸਕਦਾ ਹੈ? ਸਿਰਫ ਯੁਵਾ ਵਰਗ, ਜਵਾਨੀ। ਇਸ ਲਈ ਕਵੀ ਜੋ ਹੈ ਦੇਸ਼ ਦੇ ਨੌਜਵਾਨਾਂ ਨੂੰ ਅੱਗੇ ਆਉਣ ਦੇ ਲਈ, ਜਾਗਰੂਕ ਹੋਣ ਦੇ ਲਈ, ਦੇਸ਼ ਦੁਨੀਆ ਨੂੰ ਸਿੱਧੇ ਰਸਤੇ 'ਤੇ ਚੱਲਣ ਦੇ ਲਈ, ਇੱਕ ਤਰ੍ਹਾਂ ਦੇ ਨਾਲ ਉਹਨਾਂ ਦਾ ਰਾਹ ਦਸੇਰਾ ਬਣਨ ਦੇ ਲਈ ਪ੍ਰੇਰਨਾ ਦੇ ਰਿਹਾ ਹੈ। ਪੈਦਾ ਕਰ
ਜਾਗਰਤ ਵਿਸ਼ਵਾਸੀ। ਕਵੀ ਕਹਿ ਰਿਹਾ ਹੈ ਕਿ ਹੇ ਦੇਸ਼ ਦੇ ਨੌਜਵਾਨ, ਤੂੰ ਲੋਕਾਂ ਦੇ ਦਿਲਾਂ ਦੇ ਵਿੱਚ ਜਾਗ੍ਰਿਤੀ, ਜੋ ਗਿਆਨ ਹੈ ਉਸ ਦੇ ਅੰਦਰ ਵਿਸ਼ਵਾਸ ਪੈਦਾ ਕਰ। ਨੇਕ ਅਮਲ ਜਿਹੜੇ ਨੇ ਉਹਨਾਂ ਦੇ ਵਿੱਚ, ਚੰਗਿਆਈਆਂ ਦੇ ਵਿੱਚ, ਜੋ ਹੈ ਗਿਆਨ ਦੇ ਵਿੱਚ, ਵਿਗਿਆਨ ਦੇ ਵਿੱਚ ਵਿਸ਼ਵਾਸ ਜੋ ਹੈ ਲੋਕਾਂ ਦੇ ਦਿਲਾਂ ਦੇ ਵਿੱਚ ਪੈਦਾ ਕਰ। ਲੋਕ ਜਿਹੜੇ ਹਨ ਆਪਣੇ ਅੰਧ ਵਿਸ਼ਵਾਸਾਂ ਨੂੰ ਤਿਆਗ ਕੇ ਜਾਗਰਿਤ ਹੋ ਜਾਣ, ਜਾਗਰੂਕ ਭਾਵ ਸੁਚੇਤ ਹੋ ਜਾਣ। ਉਹਨਾਂ ਨੂੰ ਆਪਣੇ ਭਲੇ ਬੁਰੇ ਦਾ ਅਹਿਸਾਸ ਕਰਨ ਦੇ ਲਈ ਪ੍ਰੇਰਿਤ ਕਰ। ਭਾਰਤ ਦੀ ਹੋ ਜਾਏ ਖਲਾਸੀ। ਜੇਕਰ ਅਜਿਹਾ ਹੋ ਗਿਆ, ਭਾਵ ਦੇਸ਼ ਦੇ, ਹਿੰਦੁਸਤਾਨ ਦੇ ਲੋਕ ਜਾਗਰੂਕ ਹੋ ਗਏ ਔਰ ਨਵੇਂ ਗਿਆਨ ਦੇ ਵਿੱਚ, ਨਵੀਂ ਗਿਆਨ ਦੀ ਰੋਸ਼ਨੀ ਦੇ ਵਿੱਚ ਉਹਨਾਂ ਦਾ ਵਿਸ਼ਵਾਸ ਕਾਇਮ ਹੋ ਗਿਆ, ਤਾਂ ਭਾਰਤ ਦੀ ਧਰਤੀ ਜਿਹੜੀ ਹੈ ਉਹ ਗੁਲਾਮੀ ਦੀਆਂ ਜੰਜੀਰਾਂ ਤੋਂ, ਅਨਪੜ੍ਹਤਾ ਤੋਂ, ਅਗਿਆਨਤਾ ਤੋਂ ਜੋ ਹੈ ਸਦਾ ਲਈ ਖਲਾਸ ਭਾਵ ਮੁਕਤ ਹੋ ਜਾਵੇਗੀ। ਤੂੰ ਜਾਗੇ ਤਾਂ ਸਭ ਜਗ ਜਾਗੇ। ਇਸ ਲਈ ਕਵੀ ਕਹਿ ਰਿਹਾ ਹੈ ਕਿ ਹੇ ਦੇਸ਼ ਦੇ ਨੌਜਵਾਨ, ਜੇਕਰ ਕਿਸੇ ਵੀ ਦੇਸ਼ ਦਾ ਯੁਵਾ ਵਰਗ ਜਾਗਰਿਤ ਹੋ ਜਾਏ ਤੇ ਉਹ ਸਾਰੀ ਉਸ ਦੇਸ਼ ਨੂੰ, ਉਸ ਮੁਲਕ ਨੂੰ ਜੋ ਹੈ ਜਾਗਰੂਕ ਕਰ ਸਕਦਾ ਹੈ। ਚੱਲ ਪਏ ਨਵੀਂ ਹਵਾ। ਤੇ ਕਵੀ ਕਾਮਨਾ ਕਰ ਰਿਹਾ ਹੈ ਕਿ ਕਾਸ਼ ਅਜਿਹਾ ਹੋ ਜਾਵੇ ਕਿ ਹਿੰਦੁਸਤਾਨ ਦਾ ਜੋ ਯੁਵਾ ਹੈ ਉਹ ਇੰਨਾ ਸੁਚੇਤ ਹੋ ਜਾਏ ਆਪਣੇ ਹੱਕਾਂ ਦੇ ਪ੍ਰਤੀ, ਦੇਸ਼ ਦੁਨੀਆ ਦੇ ਪ੍ਰਤੀ, ਔਰ ਜੋ ਕਪਟੀ ਲੋਕ ਹਨ, ਜੋ ਫਰੇਬੀ ਹਨ, ਜੋ ਪਾਖੰਡੀ ਹਨ, ਉਹਨਾਂ ਦੇ ਫਰੇਬਾਂ ਨੂੰ ਜੋ ਹੈ ਸਮਝਣ ਦੇ ਸਮਰੱਥ ਹੋ ਜਾਵੇ, ਤਾਂ ਦੇਸ਼ ਦੇ ਵਿੱਚ ਇੱਕ ਅਜਿਹੀ ਗਿਆਨ ਦੀ ਜਾਗਰੂਕਤਾ ਪੈਦਾ ਹੋ ਜਾਏਗੀ, ਇੱਕ ਨਵੀਂ ਲਹਿਰ ਦੇਸ਼ ਦੁਨੀਆ ਦੇ ਵਿੱਚ ਚੱਲ ਪਵੇਗੀ। ਇਸ ਲਈ ਕਵੀ ਕਹਿ ਰਿਹਾ ਹੈ ਕਿ ਇਹ ਕੰਮ ਕਿਸੇ ਵੀ ਦੇਸ਼ ਦਾ ਜੋ ਹੈ ਨੌਜਵਾਨ ਹੀ। ਇਸ ਲਈ ਕਵੀ ਧਨੀ ਰਾਮ ਚਾਤ੍ਰਿਕ ਜੋ ਹੈ ਦੇਸ਼ ਵਾਸੀਆਂ ਨੂੰ, ਦੇਸ਼ ਦੇ ਯੁਵਾ ਵਰਗ ਨੂੰ, ਦੇਸ਼ ਦੀ ਜਵਾਨੀ ਨੂੰ ਸੰਬੋਧਿਤ ਕਰਦਾ ਹੋਇਆ ਕਹਿ ਰਿਹਾ ਹੈ ਕਿ ਰੱਬ ਮਜੌਰਾਂ ਪਾਸੋਂ ਖੋਲ੍ਹੈ। ਕਿ ਹੇ ਨੌਜਵਾਨ, ਤੂੰ ਰੱਬ ਨੂੰ ਮਜੌਰਾਂ ਪਾਸੋਂ, ਮਜੌਰ ਭਾਵ ਜੋ ਅਖੌਤੀ ਠੇਕੇਦਾਰ ਹਨ, ਅਖੌਤੀ ਸੇਵਾਦਾਰ ਬਣੇ ਹੋਏ ਹਨ, ਜੋ ਧਾਰਮਿਕ ਅਸਥਾਨਾਂ 'ਤੇ ਕਾਬਿਜ਼ ਹੋ ਗਏ ਹਨ ਆਪਣੇ ਜੋ ਹੈ ਸਵਾਰਥ ਦੇ ਲਈ। ਕਵੀ ਕਹਿ ਰਿਹਾ ਹੈ ਕਿ ਅਜਿਹੇ ਮਜੌਰਾਂ ਤੋਂ, ਅਜਿਹੇ ਅਖੌਤੀ ਸੇਵਾਦਾਰਾਂ ਤੋਂ, ਅਜਿਹੇ ਜੋ ਲੋਭੀ ਅਤੇ ਲਾਲਚੀ ਧਾਰਮਿਕ ਠੇਕੇਦਾਰ ਹਨ, ਉਹਨਾਂ ਦੇ ਕੋਲੋਂ ਰੱਬ ਨੂੰ ਜੋ ਹੈ ਖੋਹ ਲੈ। ਉਹਨਾਂ ਦੇ ਭਾਵ ਅਜਿਹੇ ਸਥਾਨਾਂ ਤੋਂ, ਇਹਨਾਂ ਦੇ ਕਬਜ਼ੇ ਤੋਂ, ਧਾਰਮਿਕ ਸਥਾਨਾਂ ਨੂੰ ਮੁਕਤ ਕਰਨ ਦਾ ਕਾਰਜ ਵੀ ਸਿਰਫ ਯੁਵਾ ਵਰਗ ਹੀ ਕਰ ਸਕਦਾ ਹੈ। ਉਸ ਦੇ ਦਿਲ ਦੀ ਮਰਜ਼ੀ ਟੋਲ ਹੈ, ਕਿਉਂਕਿ ਰੱਬ ਵੀ ਜੋ ਹੈ ਦੇਸ਼ ਦੁਨੀਆ ਦਾ ਭਲਾ ਚਾਹੁੰਦਾ ਹੈ। ਕੁਦਰਤ ਕਾਦਰ ਜੋ ਹੈ ਹਮੇਸ਼ਾ ਦੁਨੀਆ ਦੇ ਵਿੱਚ ਖੇੜਾ, ਜਾਗ੍ਰਿਤੀ ਔਰ ਵਿਕਾਸ ਚਾਹੁੰਦੀ ਹੈ। ਜੇਕਰ ਰੱਬ ਦੀ ਕੋਈ ਮਰਜ਼ੀ ਪੁੱਛਣਾ ਚਾਹੇ ਤਾਂ ਰੱਬ ਵੀ ਜੋ ਹੈ ਅਜਿਹੇ ਅਖੌਤੀ ਸੇਵਾਦਾਰਾਂ ਦੇ ਚੰਗੁਲ ਦੇ ਵਿੱਚ ਫਸਿਆ ਮਜਬੂਰ ਹੈ। ਕਵੀ ਕਹਿ ਰਿਹਾ ਹੈ ਕਿ ਜੇਕਰ ਅਜਿਹਾ ਕਰਨ ਦੇ ਵਿੱਚ ਤੂੰ ਕਾਮਯਾਬ ਹੋ ਜਾਏਗਾ, ਭਾਵ ਅਜਿਹੇ ਅਖੌਤੀ ਸੇਵਾਦਾਰਾਂ ਤੋਂ ਤੂੰ ਧਾਰਮਿਕ ਸਥਾਨਾਂ ਨੂੰ ਮੁਕਤ ਕਰਵਾ ਲਵੇਂਗਾ, ਤਾਂ ਇੱਕ ਤਰ੍ਹਾਂ ਦੇ ਨਾਲ ਫਿਰ ਰੱਬ ਦਾ ਵੋਟ ਵੀ ਜਿਹੜਾ ਹੈ ਉਹ ਤੇਰੇ ਹੱਕ ਵਿੱਚ ਭੁਗਤੇਗਾ। ਫਿਰ ਸੱਚਾਈ ਦਾ ਦਰਵਾਜ਼ਾ ਉਸੇ ਤੋਂ ਖੁੱਲ੍ਹਵਾ। ਅਸਲ ਦੇ ਵਿੱਚ ਕਵੀ ਕਹਿ ਰਿਹਾ ਹੈ ਕਿ ਅਸਲੀ ਰੱਬ ਕੌਣ ਹੈ? ਉਹ ਦੇਸ਼ ਦੀ ਜਨਤਾ ਹੀ ਹੈ। ਅਤੇ ਜੇਕਰ ਦੇਸ਼ ਦੀ ਜਨਤਾ ਜੋ ਹੈ ਜਾਗਰੂਕ ਹੋ ਜਾਏਗੀ ਤਾਂ ਉਸੇ ਤੋਂ ਹੀ ਇਸ ਸੱਚਾਈ ਦਾ, ਵਾਸਤਵਿਕਤਾ ਦਾ ਜਾਂ ਰਾਹ ਤੂੰ ਪੱਧਰਾ ਕਰਵਾ ਸਕਦਾ ਹੈ। ਪਰ ਇਸ ਕੰਮ ਦੇ ਲਈ ਕਵੀ ਕਹਿ ਰਿਹਾ ਹੈ ਕਿ ਇਹ ਨੌਜਵਾਨ, ਤੈਨੂੰ ਜਾਗਰੂਕ ਹੋਣ ਦੀ ਲੋੜ ਹੈ, ਕਿਉਂਕਿ ਕਿਸੇ ਵੀ ਦੇਸ਼ ਦਾ ਯੁਵਾ ਵਰਗ ਜੋ ਹੈ ਦੇਸ਼ ਦਾ ਭਵਿੱਖ ਹੁੰਦਾ ਹੈ। ਕਿਉਂਕਿ ਦੇਸ਼ ਦੁਨੀਆ ਦੀ ਵਾਗਡੋਰ ਜੋ ਹੈ ਉਹ ਦੇਸ਼ ਦੇ ਯੁਵਾ ਵਰਗ ਦੇ ਮੋਢਿਆਂ 'ਤੇ ਹੁੰਦੀ ਹੈ। ਦੇਸ਼ ਦਾ ਯੁਵਾ ਵਰਗ ਹੀ ਭਵਿੱਖ ਦਾ ਨਿਰਮਾਣ ਕਰ ਸਕਦਾ ਹੈ। ਇਸ ਲਈ ਕਵੀ ਦੇਸ਼ ਦੇ ਯੁਵਾ ਵਰਗ ਨੂੰ ਸੁਚੇਤ ਹੋਣ ਦੇ ਲਈ, ਆਪਣੇ ਹੱਕਾਂ ਦੇ ਪ੍ਰਤੀ ਜਾਗਰੂਕ ਹੋਣ ਦੇ ਲਈ ਸੁਚੇਤ ਕਰਦਿਆਂ ਹੋਇਆਂ ਸੰਦੇਸ਼ ਦੇ ਰਿਹਾ ਹੈ ਕਿ ਕਿਸੇ ਵੀ ਦੇਸ਼ ਦਾ ਜੇਕਰ ਭਵਿੱਖ ਸੁਨਹਿਰੀ ਬਣਾਉਣਾ ਹੈ ਅਤੇ ਉਸ ਦੇ ਦੇਸ਼ ਦੇ ਨੌਜਵਾਨਾਂ ਦਾ ਜਾਗਰੂਕ ਹੋਣਾ ਬਹੁਤ ਜ਼ਰੂਰੀ ਹੈ, ਕਿਉਂਕਿ ਨੌਜਵਾਨ ਹੀ ਅੱਗੋਂ ਸਾਰੇ ਦੇਸ਼ ਦੇ ਲੋਕਾਂ ਨੂੰ ਜਾਗਰੂਕ ਕਰ ਸਕਦੇ ਨੇ, ਕਿਉਂਕਿ ਇਹਨਾਂ ਦੇ ਵਿੱਚ ਹੋਸ਼ ਹੁੰਦਾ ਹੈ, ਜੋਸ਼ ਹੁੰਦਾ ਹੈ। ਧੰਨਵਾਦ।